Hello students, better now in this video we are further going to study our next topic, and that one is Bohr's atomic model. Bohr's atomic model. ਲਾਸਟ ਵੀਡੀਓ ਦੇ ਵਿੱਚ ਆਪਾਂ ਰਦਰਫੋਰਡਸ ਦਾ ਐਟੋਮਿਕ ਮਾਡਲ ਡਿਸਕਸ ਕੀਤਾ ਸੀਗਾ। ਰਦਰਫੋਰਡਸ ਦਾ ਸਕੈਟਰਿੰਗ ਐਕਸਪੈਰੀਮੈਂਟ ਡਿਸਕਸ ਕੀਤਾ ਸੀ, ਨਿਊਕਲੀਅਸ ਦੀ ਡਿਸਕਵਰੀ ਕਿਵੇਂ ਹੋਈ ਸੀ, ਰਦਰਫੋਰਡਸ ਦੇ ਐਟੋਮਿਕ ਮਾਡਲ 'ਚ ਕੀ ਲਿਮਿਟੇਸ਼ਨ ਸੀਗੀ, ਹੈ ਨਾ, ਉਹ ਸਾਰਾ ਐਕਸਪਲੇਨ, ਈਵਨ ਕਿ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ, ਇੰਪੈਕਟ ਪੈਰਾਮੀਟਰ, ਇਹ ਸਾਰਾ ਕੁਛ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ 'ਚ ਐਕਸਪਲੇਨ ਕਰ ਚੁੱਕਿਆ। ਠੀਕ ਹੈ, ਤਾਂ ਰਦਰਫੋਰਡ ਦੀ ਜੋ ਲਿਮਿਟੇਸ਼ਨ ਸੀਗੀ ਬੇਟਾ, ਵੀ ਰਦਰਫੋਰਡ ਐਟਮ ਦੀ ਸਟੇਬਿਲਿਟੀ ਐਕਸਪਲੇਨ ਨਹੀਂ ਕਰ ਪਾਇਆ ਸੀਗਾ। ਰਦਰਫੋਰਡ ਦੇ ਅਕੋਰਡਿੰਗ ਹੈ ਨਾ ਐਟਮ ਵੈਨਿਸ਼ ਹੋ ਜਾਂਦਾ ਕਿਉਂਕਿ ਇਲੈਕਟ੍ਰੋਨਸ ਹੌਲੀ ਹੌਲੀ ਆਪਣੀ એનર્ਜੀ ਰੇਡੀਏਟ ਕਰਦਾ ਰਹਿੰਦਾ, ਐਂਡ એનર્ਜੀ ਰੇਡੀਏਟ ਕਰਦਾ ਕਰਦਾ ਉਹਦਾ ਔਰਬਿਟ ਦਾ ਜਿਹੜਾ ਰੇਡੀਅਸ ਹੈ ਇਟ ਗੋਜ਼ ਔਨ ਡਿਕਰੀਜ਼ਿੰਗ। ਫਾਈਨਲੀ ਉਹ ਇਲੈਕਟ੍ਰੋਨਸ ਨਿਊਕਲੀਅਸ ਦੇ ਵਿੱਚ ਫਾਲ ਕਰ ਜਾਣਗੇ ਐਂਡ ਐਟਮ ਵਿਲ ਵੈਨਿਸ਼। ਬਟ ਐਜ਼ ਵੀ ਨੋ ਦੈਟ ਐਟਮ ਰਿਮੇਨਸ ਸਟੇਬਲ, ਹੈ ਨਾ, ਐਂਡ ਐਟਮ ਦੀ ਸਟੇਬਿਲਿਟੀ ਨੂੰ ਐਕਸਪਲੇਨ ਨਹੀਂ ਕਰ ਪਾਇਆ ਸੀ ਰਦਰਫੋਰਡ, ਹੈ ਨਾ। ਇਹ ਲਿਮਿਟੇਸ਼ਨ ਸੀ ਰਦਰਫੋਰਡ ਐਟੋਮਿਕ ਮਾਡਲ ਦੀ। ਬੇਟਾ ਰਦਰਫੋਰਡ ਦੀ ਜੋ ਲਿਮਿਟੇਸ਼ਨ ਸੀ ਉਹ ਐਕਸਪਲੇਨ ਕੀਤੀ ਸੀ ਬੋਹਰ ਨੇ। ਓਕੇ, ਆਪਾਂ ਨੇ ਬੋਹਰਸ ਦਾ ਹੀ ਐਟੋਮਿਕ ਮਾਡਲ ਡਿਸਕਸ ਕਰਨਾ ਵੀ ਬੋਹਰ ਨੇ ਐਟਮ ਬਾਰੇ ਕੀ ਐਕਸਪਲੇਨ ਕੀਤਾ ਸੀ। ਬੋਹਰਸ ਨੇ ਆਪਣੇ ਐਟੋਮਿਕ ਮਾਡਲ ਨੂੰ 3 ਪੋਸਟੂਲੇਟਸ ਦੇ ਵਿੱਚ ਐਕਸਪਲੇਨ ਕੀਤਾ ਸੀ ਬੇਟਾ। ਪੋਸਟੂਲੇਟਸ ਮਤਲਬ ਪੁਆਇੰਟਸ। 3 ਪੋਸਟੂਲੇਟਸ 'ਚ ਐਕਸਪਲੇਨ ਕੀਤਾ ਸੀਗਾ ਬੋਹਰਸ ਨੇ। ਨੀਲ ਬੋਹਰ ਇਜ਼ ਦਾ ਨੇਮ ਆਫ ਦਾ ਸਾਇੰਟਿਸਟ। ਓਕੇ, ਤਾਂ ਜਿਹੜਾ ਫਸਟ ਪੋਸਟੂਲੇਟ ਸੀਗਾ ਉਸ ਦੇ ਵਿੱਚ ਨੀਲ ਬੋਹਰ ਨੇ ਸਾਰਾ ਕੁਛ ਰਦਰਫੋਰਡ ਨੇ ਕਿਹਾ ਸੀ ਉਹ ਸਾਰਾ ਕੁਛ ਐਕਸਪਲੇਨ ਕੀਤਾ ਫਸਟ ਪੋਸਟੂਲੇਟ 'ਚ। ਨੀਲ ਬੋਹਰ ਨੇ ਕਿਹਾ ਵੀ ਰਦਰਫੋਰਡ ਦੀ ਡਿਸਕਵਰੀ ਸਹੀ ਹੈ, ਗਲਤ ਨਹੀਂ ਹੈ। ਰਦਰਫੋਰਡ ਕਾਫੀ ਹੱਦ ਤੱਕ ਸਹੀ ਹੈ। ਰਦਰਫੋਰਡ ਦੇ ਅਕੋਰਡਿੰਗ ਐਟਮ ਦੀ ਬਹੁਤ ਸਾਰੀ ਸਪੇਸ ਖਾਲੀ ਹੁੰਦੀ ਹੈ। ਨੀਲ ਬੋਹਰ ਨੇ ਕਿਹਾ ਯੈਸ, ਐਟਮ ਦੀ ਬਹੁਤ ਸਾਰੀ ਸਪੇਸ ਖਾਲੀ ਹੁੰਦੀ ਹੈ। ਰਦਰਫੋਰਡ ਦੇ ਅਕੋਰਡਿੰਗ ਐਟਮ ਦਾ ਐਂਟਾਇਰ ਮਾਸ ਅਤੇ ਐਂਟਾਇਰ ਪੋਜ਼ੀਟਿਵ ਚਾਰਜ ਬਹੁਤ ਛੋਟੀ ਜਿਹੀ ਜਗ੍ਹਾ 'ਚ ਐਟਮ ਦੇ ਸੈਂਟਰ 'ਤੇ ਕੰਸਨਟਰੇਟਡ ਹੈ, ਜਿਸ ਨੂੰ ਬੋਲਦੇ ਨੇ ਨਿਊਕਲੀਅਸ। ਰਦਰਫੋਰਡ ਨੇ ਇਹ ਕਿਹਾ ਸੀ ਨਾ ਬੇਟਾ, ਨੀਲ ਬੋਹਰ ਨੇ ਕਿਹਾ ਯੈਸ ਇਹ ਸਹੀ ਹੈ। ਐਟਮ ਦਾ ਐਂਟਾਇਰ ਮਾਸ ਅਤੇ ਐਂਟਾਇਰ ਪੋਜ਼ੀਟਿਵ ਚਾਰਜ ਐਟਮ ਦੇ ਸੈਂਟਰ 'ਚ ਬਹੁਤ ਥੋੜ੍ਹੀ ਜਿਹੀ ਜਗ੍ਹਾ 'ਚ ਕੰਸਨਟਰੇਟਡ ਹੈ, ਜਿਸ ਨੂੰ ਅਸੀਂ ਕੀ ਬੋਲਦੇ ਨੇ, ਨਿਊਕਲੀਅਸ। ਠੀਕ ਹੈ, ਰਦਰਫੋਰਡ ਨੇ ਕਿਹਾ ਸੀ ਜਿਹੜੇ ਇਲੈਕਟ੍ਰੋਨਸ ਹੈ ਨਿਊਕਲੀਅਸ ਤੋਂ ਬਾਹਰ ਅਲੱਗ-ਅਲੱਗ ਔਰਬਿਟ 'ਚ ਰਿਵੋਲਵ ਕਰਦੇ ਨੇ, ਸਰਕੂਲਰ ਔਰਬਿਟਸ ਦੇ ਵਿੱਚ, ਜਸਟ ਲਾਈਕ ਪਲੈਨਟਸ ਰਿਵੋਲਵ ਅਰਾਊਂਡ ਸਨ। ਨੀਲ ਬੋਹਰ ਨੇ ਕਿਹਾ ਯੈਸ, ਰਦਰਫੋਰਡ ਇੱਥੇ ਵੀ ਸਹੀ ਹੈ। ਜਿਹੜੇ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਤੋਂ ਬਾਹਰ ਹੁੰਦੇ ਨੇ, ਡਿਫਰੈਂਟ ਸਰਕੂਲਰ ਔਰਬਿਟਸ 'ਚ ਰਿਵੋਲਵ ਕਰਦੇ ਨੇ, ਜਸਟ ਲਾਈਕ ਪਲੈਨਟਸ ਰਿਵੋਲਵ ਅਰਾਊਂਡ ਸਨ। ਰਦਰਫੋਰਡ ਨੇ ਕਿਹਾ ਸੀਗਾ ਵੀ ਇਲੈਕਟ੍ਰੋਨਸ ਨੂੰ ਰਿਵੋਲਵ ਕਰਨ ਵਾਸਤੇ ਜੋ ਸੈਂਟਰੀਪੀਟਲ ਫੋਰਸ ਚਾਹੀਦੀ ਹੈ ਉਹ ਨਿਊਕਲੀਅਸ ਦੀ ਇਲੈਕਟ੍ਰੋਸਟੈਟਿਕ ਫੋਰਸ ਪ੍ਰੋਵਾਈਡ ਕਰੇਗੀ। ਨੀਲ ਬੋਹਰ ਨੇ ਕਿਹਾ ਯੈਸ, ਇੱਥੇ ਵੀ ਰਦਰਫੋਰਡ ਸਹੀ ਹੈ। ਮਤਲਬ ਜੋ ਰਦਰਫੋਰਡ ਨੇ ਕਿਹਾ ਸੀ ਐਟਮ ਬਾਰੇ, ਹੈ ਨਾ, ਉਹ ਸਾਰਾ ਉਹਨੇ ਆਪਣੇ ਫਸਟ ਪੋਸਟੂਲੇਟ 'ਚ ਐਕਸਪਲੇਨ ਕਰਤਾ। ਠੀਕ ਹੈ, ਤਾਂ ਅਕੋਰਡਿੰਗ ਟੂ ਫਸਟ ਪੋਸਟੂਲੇਟ, ਹੈ ਨਾ, ਬੋਹਰਸ ਥਿਊਰੀ ਦੇ ਫਸਟ ਪੋਸਟੂਲੇਟ ਦੇ ਅਕੋਰਡਿੰਗ ਨੀਲ ਬੋਹਰ ਨੇ ਕਿਹਾ ਸੀਗਾ ਵੀ ਐਟਮ ਇਜ਼ spherical in shape whose large space is empty। ਵੀ ਐਟਮ ਸਫੈਰੀਕਲ ਸ਼ੇਪ ਦਾ ਹੁੰਦਾ ਜਿਸ ਦੀ ਬਹੁਤ ਸਾਰੀ ਸਪੇਸ ਐਮਪਟੀ ਹੈ। ਠੀਕ ਹੈ, ਦ ਐਂਟਾਇਰ ਮਾਸ ਐਂਡ ਹੋਲ positive charge is concentrated at the center of atom in a very small space known as
ਨਿਊਕਲੀਅਸ। ਰਦਰਫੋਰਡ ਨੇ ਵੀ ਤਾਂ ਇਹੀ ਕਿਹਾ ਸੀਗਾ ਵੀ ਐਟਮ ਦਾ ਐਂਟਾਇਰ ਮਾਸ ਤੇ ਸਾਰਾ ਪੋਜ਼ਿਟਿਵ ਚਾਰਜ ਹੈ ਨਾ ਕੰਸਨਟ੍ਰੇਟਡ ਹੈ ਕਿੱਥੇ, ਐਟ ਦਾ ਸੈਂਟਰ ਆਫ ਦਾ ਐਟਮ, ਬਹੁਤ ਸਮੋਲ ਜਗ੍ਹਾ 'ਚ। ਉਸ ਸਮੋਲ ਜਗ੍ਹਾ ਨੂੰ ਕੀ ਬੋਲਿਆ ਜਾਂਦਾ, ਨਿਊਕਲੀਅਸ। ਇਲੈਕਟ੍ਰੋਨਸ revolves outside the nucleus in different circular orbits, just like planets revolve around sun। ਵੀ ਜਿਵੇਂ ਸਨ ਦੇ ਅਰਾਊਂਡ ਪਲੈਨਟਸ ਰਿਵੋਲਵ ਕਰਦੇ ਨੇ ਉਵੇਂ ਹੈ ਨਾ ਇਲੈਕਟ੍ਰੋਨਸ ਨਿਊਕਲੀਅਸ ਦੇ ਅਰਾਊਂਡ ਰਿਵੋਲਵ ਕਰਨਗੇ ਡਿਫਰੈਂਟ ਸਰਕੂਲਰ ਔਰਬਿਟਸ, ਤੇ ਨਿਊਕਲੀਅਸ ਤੋਂ ਬਾਹਰ ਰਿਵੋਲਵ ਕਰਦੇ ਹੈ ਨਾ। ਇਲੈਕਟ੍ਰੋਸਟੈਟਿਕ ਫੋਰਸ between nucleus and electron provides the centripetal force to electrons। ਇਲੈਕਟ੍ਰੋਨਸ ਨੂੰ ਸਰਕੂਲਰ ਪਾਥ 'ਚ ਮੂਵ ਕਰਨ ਵਾਸਤੇ ਸੈਂਟਰੀਪੀਟਲ ਫੋਰਸ ਕੌਣ ਪ੍ਰੋਵਾਈਡ ਕਰੇਗਾ, ਇਲੈਕਟ੍ਰੋਸਟੈਟਿਕ ਫੋਰਸ ਬਿਟਵੀਨ ਦਾ ਨਿਊਕਲੀਅਸ ਐਂਡ ਦਾ ਇਲੈਕਟ੍ਰੋਨਸ। ਇਹੀ ਸਾਰਾ ਕੁਛ ਰਦਰਫੋਰਡ ਨੇ ਕਿਹਾ ਸੀਗਾ। ਜੋ ਕੁਛ ਰਦਰਫੋਰਡ ਨੇ ਐਟਮ ਬਾਰੇ ਦੱਸਿਆ ਸੀ ਉਹ ਸਾਰੇ ਨੂੰ ਇਕੱਠਾ ਸਮ ਅਪ ਕਰਕੇ ਨੀਲ ਬੋਹਰ ਨੇ ਆਪਣਾ ਫਸਟ ਪੋਸਟੂਲੇਟ ਬਣਾਇਆ। ਹੁਣ ਸੈਂਟਰੀਪੀਟਲ ਫੋਰਸ ਦਾ ਫਾਰਮੂਲਾ ਕੀ ਹੁੰਦਾ ਬੇਟਾ, mv²/r। m ਹੋ ਗਿਆ ਇਲੈਕਟ੍ਰੋਨ ਦਾ ਮਾਸ, v ਹੋ ਗਈ ਉਹਦੀ ਵੈਲੋਸਿਟੀ, r ਹੋ ਗਿਆ ਉਹਦੇ ਔਰਬਿਟ ਦਾ ਰੇਡੀਅਸ। ਫੋਰਸ ਇਲੈਕਟ੍ਰੋਸਟੈਟਿਕ ਫੋਰਸ ਦਾ ਫਾਰਮੂਲਾ k Q1 ਮਤਲਬ ਚਾਰਜ ਔਨ ਨਿਊਕਲੀਅਸ, Q2 ਚਾਰਜ ਔਨ ਇਲੈਕਟ੍ਰੋਨ ਹੈ ਨਾ ਅਪੋਨ r²। ਫੋਰਸ ਕੈਲਕੂਲੇਟ ਕਰਦੇ ਹੋਏ ਅਸੀਂ ਚਾਰਜ ਦਾ ਨੈਗੇਟਿਵ ਸਾਈਨ ਨਾਲ ਪਿਕ ਨਹੀਂ ਕਰਦੇ ਹੁੰਦੇ, ਯਾਦ ਹੈ ਨਾ ਤੁਹਾਨੂੰ। ਇਲੈਕਟ੍ਰੋਸਟੈਟਿਕ ਫੋਰਸ ਦਾ ਫਾਰਮੂਲਾ ਇਹੀ ਹੁੰਦਾ k Q1 Q2/r²। k ਕੌਂਸਟੈਂਟ ਹੋ ਗਿਆ, Q1 ਚਾਰਜ ਔਨ ਨਿਊਕਲੀਅਸ ZE, Q2 ਚਾਰਜ ਔਨ ਇਲੈਕਟ੍ਰੋਨ E। ਵੈਸੇ ਇਲੈਕਟ੍ਰੋਨ 'ਤੇ ਚਾਰਜ ਹੁੰਦਾ -E, ਬਟ ਅਸੀਂ ਤੁਹਾਨੂੰ ਯਾਦ ਹੋਏਗਾ ਯੂਨਿਟ ਫਸਟ 'ਚ ਮੈਂ ਤੁਹਾਨੂੰ ਦੱਸਿਆ ਹੋਇਆ ਵਾਈਲ ਕੈਲਕੂਲੇਟਿੰਗ ਫੋਰਸ ਅਸੀਂ ਚਾਰਜ ਦਾ ਸਾਈਨ ਨਾਲ ਪਿਕ ਨਹੀਂ ਕਰਦੇ ਹੁੰਦੇ, ਇਸ ਕਰਕੇ ਇਕੱਲਾ E ਪਿਕ ਕੀਤਾ, ਮਾਈਨਸ ਨਾਲ ਪਿਕ ਨਹੀਂ ਕੀਤਾ, r ਡਿਸਟੈਂਸ ਹੋ ਗਿਆ ਹੈ ਨਾ। ਮਤਲਬ ਜੋ ਇਲੈਕਟ੍ਰੋਸਟੈਟਿਕ ਫੋਰਸ ਹੈ ਉਹੀ ਕੀ ਪ੍ਰੋਵਾਈਡ ਕਰੇਗੀ ਬੇਟਾ, ਇਲੈਕਟ੍ਰੋਨਸ ਨੂੰ ਸੈਂਟਰੀਪੀਟਲ ਫੋਰਸ। ਤਾਂ ਇੱਥੋਂ ਫਸਟ ਪੋਸਟੂਲੇਟ ਤੋਂ ਫਾਰਮੂਲਾ ਇਹ ਬਣ ਗਿਆ kZe²/r²। ਦਿਸ ਇਜ਼ ਦਾ ਫਾਰਮੂਲਾ ਫਰੋਮ ਫਸਟ ਪੋਸਟੂਲੇਟ। ਸਮਝ ਗਏ। ਮੈਂ ਤੁਹਾਨੂੰ ਕੋਈ ਨਵੀਂ ਚੀਜ਼ ਨਹੀਂ ਦੱਸੀ ਬੇਟਾ, ਜੋ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ 'ਚ ਐਕਸਪਲੇਨ ਕੀਤਾ ਸੀ ਉਹੀ ਸਾਰਾ ਦੱਸਿਆ, ਕਿਉਂਕਿ ਇਹ ਸਾਰਾ ਕੁਛ ਰਦਰਫੋਰਡ ਨੇ ਹੀ ਤਾਂ ਕਿਹਾ ਸੀਗਾ। ਰਦਰਫੋਰਡ ਨੇ ਹੀ ਤਾਂ ਕਿਹਾ ਸੀਗਾ ਵੀ ਐਟਮ ਸਫੈਰੀਕਲ ਸ਼ੇਪ ਦਾ ਹੁੰਦਾ ਹੈ, ਐਟਮ ਦੀ ਬਹੁਤ ਸਾਰੀ ਸਪੇਸ ਐਮਪਟੀ ਹੁੰਦੀ ਹੈ, ਐਟਮ ਦਾ ਐਂਟਾਇਰ ਮਾਸ ਅਤੇ ਸਾਰਾ ਪੋਜ਼ੀਟਿਵ ਚਾਰਜ ਐਟਮ ਦੇ ਸੈਂਟਰ 'ਚ ਬਹੁਤ ਛੋਟੀ ਜਿਹੀ ਜਗ੍ਹਾ 'ਤੇ ਕੰਸਨਟ੍ਰੇਟਡ ਹੈ, ਜਿਸ ਨੂੰ ਅਸੀਂ ਕੀ ਬੋਲਦੇ ਹਾਂ, ਨਿਊਕਲੀਅਸ ਹੈ ਨਾ। ਇਲੈਕਟ੍ਰੋਨਸ ਨਿਊਕਲੀਅਸ ਤੋਂ ਬਾਹਰ ਰਿਵੋਲਵ ਕਰਦੇ ਹੁੰਦੇ ਨੇ ਡਿਫਰੈਂਟ ਸਰਕੂਲਰ ਔਰਬਿਟਸ 'ਚ, ਲਾਈਕ ਪਲੈਨਟਸ ਰਿਵੋਲਵ ਅਰਾਊਂਡ ਸਨ, ਐਂਡ ਉਹਨਾਂ ਨੂੰ ਸੈਂਟਰੀਪੀਟਲ ਫੋਰਸ ਕੌਣ ਪ੍ਰੋਵਾਈਡ ਕਰਦਾ, ਇਲੈਕਟ੍ਰੋਸਟੈਟਿਕ ਫੋਰਸ ਪ੍ਰੋਵਾਈਡਸ ਸੈਂਟਰੀਪੀਟਲ ਫੋਰਸ ਹੈ ਨਾ। ਤਾਂ ਜੋ ਰਦਰਫੋਰਡ ਨੇ ਕਿਹਾ ਸੀ ਉਹ ਸਾਰੇ ਨੂੰ ਇੱਕ ਪੁਆਇੰਟ 'ਚ ਸਮ ਅਪ ਕਰਤਾ ਨੀਲ ਬੋਹਰ ਨੇ, ਅਤੇ ਫਾਰਮੂਲਾ ਬਣ ਗਿਆ ਇੱਕ। ਹੁਣ ਸੈਕਿੰਡ ਪੁਆਇੰਟ 'ਚ, ਸੈਕਿੰਡ ਪੋਸਟੂਲੇਟ 'ਚ ਨੀਲ ਬੋਹਰ ਨੇ ਐਕਸਪਲੇਨ ਕੀਤੀ ਰਦਰਫੋਰਡ ਦੀ ਲਿਮੀਟੇਸ਼ਨ। ਰਦਰਫੋਰਡ ਦੀ ਲਿਮੀਟੇਸ਼ਨ ਤੁਹਾਡੇ ਯਾਦ ਹੈ, ਰਦਰਫੋਰਡ ਐਟਮ ਦੀ ਸਟੇਬਿਲਿਟੀ ਐਕਸਪਲੇਨ ਨਹੀਂ ਕਰ ਪਾਇਆ ਸੀ, ਨੀਲ ਬੋਹਰ ਨੇ ਐਟਮ ਦੀ ਸਟੇਬਿਲਿਟੀ ਐਕਸਪਲੇਨ ਕੀਤੀ। ਕਿਵੇਂ ਐਕਸਪਲੇਨ ਕੀਤੀ, ਨੀਲ ਬੋਹਰ ਨੇ ਆਪਣੇ ਸੈਕਿੰਡ ਪੋਸਟੂਲੇਟ 'ਚ ਐਕਸਪਲੇਨ ਕੀਤਾ ਬੇਟਾ, ਜਿਹੜੇ ਇਲੈਕਟ੍ਰੋਨਸ ਹੈ ਜਿਹੜੇ ਨਿਊਕਲੀਅਸ ਦੇ ਅਰਾਊਂਡ ਡਿਫਰੈਂਟ ਔਰਬਿਟਸ 'ਚ ਰਿਵੋਲਵ ਕਰਦੇ ਨੇ, ਉਹਨਾਂ ਦੇ ਜਿਹੜੇ ਔਰਬਿਟਸ ਹੈ ਉਹ ਨੋਨ ਰੇਡੀਏਟਿੰਗ ਔਰਬਿਟਸ ਹੈ। ਮਤਲਬ ਜਿਵੇਂ ਸਪੋਜ਼ ਕਰੋ ਦਿਸ ਇਜ਼ ਨਿਊਕਲੀਅਸ ਕੈਰਿੰਗ ਹੋਲ ਪੋਜ਼ੀਟਿਵ ਚਾਰਜ, ਸਾਰਾ ਪੋਜ਼ੀਟਿਵ ਚਾਰਜ, ਐਂਡ ਜਿਹੜੇ ਆ ਔਰਬਿਟਸ ਹੋ ਗਏ ਇਲੈਕਟ੍ਰੋਨਸ ਦੇ, ਫਸਟ ਔਰਬਿਟ ਹੋ ਗਿਆ, ਸੈਕਿੰਡ ਔਰਬਿਟ ਹੋ ਗਿਆ, ਥਰਡ ਔਰਬਿਟ, ਸਿਮਿਲਰਲੀ ਅੱਗੇ ਵੀ ਹੋਣਗੇ। ਲੇਕਿਨ ਉਹਨੇ ਇਹ ਕਿਹਾ ਸੀਗਾ ਵੀ ਜਿਹੜੇ ਆ ਔਰਬਿਟਸ ਹੈ, ਆਹ ਵਾਲੇ ਔਰਬਿਟਸ, ਇਹ ਨੋਨ ਰੇਡੀਏਟਿੰਗ ਔਰਬਿਟਸ ਹੈ।
ਨੋਨ ਰੇਡੀਏਟਿੰਗ ਔਰਬਿਟਸ, ਨੋਨ ਰੇਡੀਏਟਿੰਗ ਔਰਬਿਟਸ ਨੂੰ ਸਟੇਸ਼ਨਰੀ ਔਰਬਿਟਸ ਕਿਹਾ ਜਾਂਦਾ ਹੈ। ਮਤਲਬ ਇਲੈਕਟ੍ਰੋਨ ਇਹਨਾਂ 'ਚ ਜਿੰਨੀ ਮਰਜ਼ੀ ਦੇਰ ਤੱਕ ਰਿਵੋਲਵ ਕਰ ਸਕਦਾ, ਬਟ ਉਹ એનર્ਜੀ ਰੇਡੀਏਟ ਨਹੀਂ ਕਰੇਗਾ। these are non radiating orbits, ਇਹ ਨੋਨ ਰੇਡੀਏਟਿੰਗ ਔਰਬਿਟਸ ਹੈ। ਇਲੈਕਟ੍ਰੋਨ ਇਹਨਾਂ 'ਚ ਜਿੰਨੀ ਮਰਜ਼ੀ ਦੇਰ ਤੱਕ ਰਿਵੋਲਵ ਕਰਦਾ ਰਹੇ, ਜਦ ਤੱਕ ਉਹ ਆਪਣੇ ਔਰਬਿਟ 'ਚ ਹੈ ਉਦੋਂ ਤੱਕ ਉਹ એનર્ਜੀ ਰੇਡੀਏਟ ਨਹੀਂ ਕਰੇਗਾ। ਕਲੀਅਰ? these are non radiating orbits। ਐਂਡ ਜਿਹੜਾ ਇਲੈਕਟ੍ਰੋਨ ਹੈ ਨਾ, ਇਸ ਇਲੈਕਟ੍ਰੋਨ ਦਾ ਐਂਗੂਲਰ ਮੋਮੈਂਟਮ ਇੰਟੈਗਰਲ ਮਲਟੀਪਲ ਹੋਏਗਾ h/2π ਦੇ। ਇਹ ਸੀਗਾ ਸੈਕਿੰਡ ਪੋਸਟੂਲੇਟ। ਸੋ ਅਕੋਰਡਿੰਗ ਟੂ ਸੈਕਿੰਡ ਪੋਸਟੂਲੇਟ, ਲਿਸਨ ਕੇਅਰਫੁਲੀ, according to second postulate, electron revolve around nucleus in non radiating orbits, या कह लो stationary ऑर्बिट्स। स्टेशनरी ऑर्बिट्स नॉन रेडिएटिंग ऑर्बिट्स ਨੂੰ ਕਹਿੰਦੇ ਨੇ। ਠੀਕ ਹੈ, ਵੀ ਜਿਹੜੇ ਔਰਬਿਟਸ ਆ ਉਹ ਨੋਨ ਰੇਡੀਏਟਿੰਗ ਔਰਬਿਟਸ ਹੋਣਗੇ। ਇਲੈਕਟ੍ਰੋਨ ਉਹਨਾਂ ਔਰਬਿਟਸ 'ਚ ਜਿੰਨੀ ਮਰਜ਼ੀ ਦੇਰ ਤੱਕ ਘੁੰਮਦਾ ਰਹੇ ਉਹ એનર્ਜੀ ਰੇਡੀਏਟ ਨਹੀਂ ਕਰੇਗਾ। these are stationary orbits। ਇੱਥੋਂ ਸਟੇਸ਼ਨਰੀ ਔਰਬਿਟਸ ਦਾ ਕੰਸੈਪਟ ਬਣਿਆ ਸੀ। ਸਟੇਸ਼ਨਰੀ ਔਰਬਿਟਸ ਮਤਲਬ ਵੀ ਉਹ ਔਰਬਿਟ ਇਸ ਤਰੀਕੇ ਨਾਲ ਬਿਹੇਵ ਕਰਨਗੇ ਜਿਵੇਂ ਇਲੈਕਟ੍ਰੋਨ ਸਟੇਸ਼ਨਰੀ ਹੋਵੇ। ਜੇ ਬੇਟਾ ਇਲੈਕਟ੍ਰੋਨ ਸਟੇਸ਼ਨਰੀ ਹੋਏਗਾ ਫਿਰ એનર્ਜੀ ਰੇਡੀਏਟ ਨਹੀਂ ਕਰੇਗਾ। ਬਲਕਿ ਸਾਨੂੰ ਪਤਾ ਹੈ ਵੀ ਇਲੈਕਟ੍ਰੋਨ ਸਟੇਸ਼ਨਰੀ ਨਹੀਂ ਹੁੰਦਾ, ਇਲੈਕਟ੍ਰੋਨ ਤਾਂ ਕੰਟੀਨਿਊਸਲੀ ਕਾਫੀ ਹਾਈ ਸਪੀਡ ਨਾਲ ਰਿਵੋਲਵ ਕਰਦਾ ਰਹਿੰਦਾ ਹੈ ਨਾ। ਤਾਂ ਉਹ ਔਰਬਿਟਸ ਨੂੰ ਨੋਨ ਰੇਡੀਏਟਿੰਗ ਔਰਬਿਟਸ ਬੋਲਿਆ ਗਿਆ ਵੀ ਇਲੈਕਟ੍ਰੋਨ ਜਿੰਨੀ ਮਰਜ਼ੀ ਦੇਰ ਤੱਕ ਰਿਵੋਲਵ ਕਰੀ ਜਾਵੇ, ਜਦ ਤੱਕ ਇਲੈਕਟ੍ਰੋਨ ਉਸ ਔਰਬਿਟ 'ਚ ਹੈ ਨਾ, ਜਦ ਤੱਕ ਉਸ ਔਰਬਿਟ 'ਚ ਹੈ ਉਦੋਂ ਤੱਕ ਉਹ એનર્ਜੀ ਰੇਡੀਏਟ ਨਹੀਂ ਕਰੂਗਾ। ਉਹਦਾ ਜਿਹੜਾ ਔਰਬਿਟ ਹੈ ਉਹ ਨੋਨ ਰੇਡੀਏਟਿੰਗ ਔਰਬਿਟ ਹੈ, ਉਹਦਾ ਔਰਬਿਟ ਨੋਨ ਰੇਡੀਏਟਿੰਗ ਔਰਬਿਟ ਹੈ। ਇਲੈਕਟ੍ਰੋਨ ਔਰਬਿਟ 'ਚ ਘੁੰਮਦੇ ਘੁੰਮਦੇ એનર્ਜੀ ਰੇਡੀਏਟ ਨਹੀਂ ਕਰੇਗਾ, ਹੈ ਨਾ। ਐਂਡ ਐਂਗੂਲਰ ਮੋਮੈਂਟਮ of electron is equal to integral multiple of h/2π। ਮਤਲਬ ਜਿਹੜਾ ਐਂਗੂਲਰ ਮੋਮੈਂਟਮ ਹੋਏਗਾ ਇਲੈਕਟ੍ਰੋਨ ਦਾ ਉਹ ਹੋਏਗਾ ਇੰਟੈਗਰਲ ਮਲਟੀਪਲ ਆਫ h/2π। h ਇਜ਼ ਪਲੈਂਕਸ ਕੌਂਸਟੈਂਟ, n ਇਜ਼ ਪ੍ਰਿੰਸੀਪਲ ਕੁਆਂਟਮ ਨੰਬਰ, ਵੀ ਉਹ ਇਲੈਕਟ੍ਰੋਨ ਕਿਹੜੇ ਔਰਬਿਟ 'ਚ ਘੁੰਮ ਰਿਹਾ, ਪਹਿਲੇ ਔਰਬਿਟ 'ਚ ਘੁੰਮ ਰਿਹਾ, ਦੂਸਰੇ ਔਰਬਿਟ 'ਚ ਘੁੰਮ ਰਿਹਾ, ਤੀਸਰੇ ਔਰਬਿਟ 'ਚ ਘੁੰਮ ਰਿਹਾ, ਦੈਟ ਇਜ਼ n। ਐਂਗੂਲਰ ਮੋਮੈਂਟਮ ਦਾ ਫਾਰਮੂਲਾ +1 'ਚ ਪੜ੍ਹਿਆ ਹੋਇਆ ਤੁਸੀਂ, mvr, ਮਾਸ ਆਫ ਇਲੈਕਟ੍ਰੋਨ ਇੰਟੂ ਵੈਲੋਸਿਟੀ ਆਫ ਇਲੈਕਟ੍ਰੋਨ ਇੰਟੂ ਰੇਡੀਅਸ ਆਫ ਇਟਸ ਔਰਬਿਟ, nh/2π। ਕਲੀਅਰ ਬੇਟਾ? ਇਹ ਆਪਣੇ ਕੋਲ ਬਣ ਗਿਆ ਸੀਗਾ ਸੈਕਿੰਡ ਪੋਸਟੂਲੇਟ। ਹੁਣ ਸਿੰਪਲ ਜੀ ਗੱਲ ਹੈ, ਇਸ ਪੋਸਟੂਲੇਟ ਦੇ ਅਕੋਰਡਿੰਗ ਜਿਹੜੇ ਆ ਸਰਕੂਲਰ ਔਰਬਿਟਸ ਹੈ, these are non radiating orbits। non radiating orbits that means जब तक इलेक्ट्रॉन ऑर्बिट 'ਚ रहेगा उद तक वो एनर्जी रेडिएट नहीं करेगा। जो एनर्जी रेडिएट नहीं करेगा तो इलैक्ट्रॉन की एनर्जी की रहेगी कॉन्स्टेंट। इलैक्ट्रॉन की एनर्जी कॉन्स्टेंट रहेगी तो रेडियस भी की रहेगा कॉन्स्टेंट। वो न्यूक्लियस 'ਚ फॉल नहीं करेगा, न्यूक्लियस 'ਚ फॉल नहीं करेगा तो एटम रिमेन्स स्टेबल। ਇਹ ਐਕਸਪਲੇਨ ਕੀਤਾ ਸੀਗਾ ਬੋਹਰਸ ਨੇ, ਰਦਰਫੋਰਡ ਐਕਸਪਲੇਨ ਨਹੀਂ ਕਰ ਪਾਇਆ ਸੀ। ਰਦਰਫੋਰਡ ਦੇ ਅਕੋਰਡਿੰਗ ਤਾਂ ਇਹ ਸੀਗਾ ਵੀ ਇਲੈਕਟ੍ਰੋਨ ਇਜ਼ ਅ ਚਾਰਜ ਪਾਰਟੀਕਲ, ਹੈ ਨਾ। ਚਾਰਜ ਪਾਰਟੀਕਲ ਹੈ ਤਾਂ ਉਹਦਾ ਮੋਸ਼ਨ, ਸਰਕੂਲਰ ਮੋਸ਼ਨ ਜਿਹੜਾ ਹੈਗਾ ਐਕਸਲੇਟਡ ਮੋਸ਼ਨ ਹੈ। ਐਕਸਲੇਟਡ ਮੋਸ਼ਨ ਕੀ ਪ੍ਰੋਡਿਊਸ ਕਰਦਾ ਹੁੰਦਾ, EM ਵੇਵਸ। EM ਵੇਵਸ ਕੈਰੀਜ਼ એનર્ਜੀ, ਦੈਟ ਮੀਨਸ ਜਿਹੜਾ ਇਲੈਕਟ੍ਰੋਨ ਹੈ એનર્ਜੀ ਰੇਡੀਏਟ ਕਰੇਗਾ। એનર્ਜੀ ਰੇਡੀਏਟ ਕਰੇਗਾ ਤਾਂ ਇਹਦਾ ਰੇਡੀਅਸ ਛੋਟਾ ਹੋਏਗਾ, ਛੋਟਾ ਛੋਟਾ ਹੁੰਦਾ ਬੇਟਾ ਫॉल ਕਿਸ 'ਚ ਕਰ ਜਾਏਗਾ, ਨਿਊਕਲੀਅਸ। ਜਿਸ ਕਾਰਨ ਇਲੈਕਟ੍ਰੋਨ ਨਿਊਕਲੀਅਸ 'ਚ ਟਕਰਾਉਣ ਤੋਂ ਬਾਅਦ ਨਿਊਟਰਲਾਈਜ਼ ਹੋ ਜਾਣਗੇ ਦੋਨੇ ਐਂਡ ਐਟਮ ਖਤਮ ਹੋ ਜਾਏਗਾ, ਹੈ ਨਾ। ਬਟ ਆਪਾਂ ਨੂੰ ਪਤਾ ਵੀ ਐਟਮ ਕੀ ਰਹਿੰਦਾ, ਸਟੇਬਲ। ਐਟਮ ਖਤਮ ਨਹੀਂ ਹੁੰਦਾ। ਐਟਮ ਦੀ ਸਟੇਬਿਲਿਟੀ ਨੂੰ ਐਕਸਪਲੇਨ ਨਹੀਂ ਕਰ ਪਾਏ ਸੀ ਰਦਰਫੋਰਡ, ਹੈ ਨਾ ਬੇਟਾ। ਇਹੀ ਕੰਸੈਪਟ ਸੀ ਨਾ। ਨੀਲ ਬੋਹਰ ਨੇ ਉਹ ਸਟੇਬਿਲਿਟੀ ਐਕਸਪਲੇਨ ਕੀਤੀ। ਉਹਨੇ ਕਿਹਾ ਵੀ ਜਿਹੜੇ ਇਹ ਔਰਬਿਟਸ ਹੈ ਬੇਟਾ, ਜਿਹੜੇ ਆ ਔਰਬਿਟਸ ਹੈ ਇਹ ਨੋਨ ਰੇਡੀਏਟਿੰਗ ਔਰਬਿਟਸ ਹੈ। ਇਲੈਕਟ੍ਰੋਨ ਇਹਨਾਂ ਔਰਬਿਟਸ 'ਚ ਘੁੰਮਦੇ ਹੋਏ ਆਪਣੀ એનર્ਜੀ ਰੇਡੀਏਟ ਨਹੀਂ ਕਰੂਗਾ, ਆਪਣੀ એનર્ਜੀ ਰੇਡੀਏਟ ਨਹੀਂ ਕਰੂਗਾ। ਜੇ ਇਲੈਕਟ੍ਰੋਨ એનર્ਜੀ ਰੇਡੀਏਟ ਨਹੀਂ ਕਰੂਗਾ, ਹੈ ਨਾ,
ਇਲੈਕਟ੍ਰੋਨ એનર્ਜੀ ਰੇਡੀਏਟ ਨਹੀਂ ਕਰੂਗਾ ਤਾਂ ਇਲੈਕਟ੍ਰੋਨ ਦੀ એનર્ਜੀ ਕੌਂਸਟੈਂਟ ਰਹੇਗੀ, એનર્ਜੀ ਕੌਂਸਟੈਂਟ ਰਹੇਗੀ ਤਾਂ ਰੇਡੀਅਸ ਕੌਂਸਟੈਂਟ ਰਹੇਗਾ, ਰੇਡੀਅਸ ਕੌਂਸਟੈਂਟ ਰਹੇਗਾ ਤਾਂ ਇਲੈਕਟ੍ਰੋਨ ਨਿਊਕਲੀਅਸ 'ਚ ਫॉल नहीं करेगा। अगर वो न्यूक्लियस च फॉल नहीं करेगा तो एटम रिमेन्स स्टेबल। भी ਜਿਹੜੇ ਆ ऑर्बिट्स हैं नॉन रेडिएटिंग ऑर्बिट्स हैं, स्टेशनरी ऑर्बिट्स हैं। स्टेशनरी ऑर्बिट्स समझ गए, मीनस ये ऑर्बिट्स इस तरीके के ऑर्बिट्स हैं भी एवें बिहेव करते हैं भी इलैक्ट्रॉन स्टेशनरी है, इस तरीके के ऑर्बिट्स हैं। जबकि इलैक्ट्रॉन स्टेशनरी नहीं होंदा, इलैक्ट्रॉन तो कंटीन्यूसली मूव करता रहता है, बस ऑर्बिट्स का नाम रखा गया स्टेशनरी ऑर्बिट। नॉन रेडिएटिंग ऑर्बिट्स मतलब इलैक्ट्रॉन जब जिन्नी मर्जी देर तक घूम सकता है, इलैक्ट्रॉन जिन्नी मर्जी देर तक घूम सकता है, ये एनर्जी रेडिएट नहीं करूगा। ठीक है। फिर थर्ड पोस्टुलेट च बोहर्स ने दस्या इलैक्ट्रॉन एनर्जी कदों रेडिएट करता है। थर्ड पोस्टुलेट दस्या उन्हें दस्या भी इलैक्ट्रॉन एनर्जी उदों रेडिएट करेगा जदों वो हायर ऑर्बिट तो लोअर ऑर्बिट च आएगा। ਜਦੋਂ ਵੀ ਇਲੈਕਟ੍ਰੋਨ ਹਾਇਰ ऑर्बिट ਤੋਂ ਲੋਅਰ ऑर्बिट 'ਚ ਆਏਗਾ ਫਿਰ ਉਹ EM ਵੇਵਸ ਦੀ ਫਾਰਮ 'ਚ એનર્ਜੀ ਰੇਡੀਏਟ ਕਰੇਗਾ। ਇਨ ਦ ਫਾਰਮ ਆਫ EM ਵੇਵਸ ਇਟ ਰੇਡੀਏਟਸ એનર્ਜੀ। ਠੀਕ ਹੈ। when electron jumps from higher orbit to lower orbit, then it radiates energy in the form of EM waves। EM waves की फॉर्म च एनर्जी रेडिएट करेगा। एंड कितनी एनर्जी रेडिएट करेगा? दिस एनर्जी is equal to the difference between the energies of the two orbits in which transition takes place। ठीक है। when electron jumps from higher orbit to lower orbit फिर वो एनर्जी रेडिएट करेगा इन द फॉर्म ऑफ EM waves। एंड कितनी एनर्जी रेडिएट करेगा बेटा? ਜਿਹੜੇ ਦੋ ऑर्बिट्स चो ट्रांजिशन हुई है, ਜਿਹੜੇ ਦੋ ऑर्बिट्स ਦੇ ਵਿੱਚੋਂ ट्रांजिशन हुई है ਉਹਨਾਂ ਦੋ ऑर्बिट्स ਦੀ एनर्जी ਦਾ डिफरेंस ले लो, है ना। मतलब कितनी एनर्जी रेडिएट होएगी? ਜਿਹੜੇ ਦੋ ऑर्बिट्स 'ਚ ट्रांजिशन हुई है ਉਹਨਾਂ ਦੋ ऑर्बिट्स ਦੀ एनर्जी ਦਾ डिफरेंस ले लो, उन्नी एनर्जी रेडिएट होएगी इन द फॉर्म ऑफ EM waves। E1 इज़ एनर्जी ऑफ दैट ऑर्बिट जिस दे विच इलैक्ट्रॉन जंप करके आया है। E2 इज़ एनर्जी ऑफ दैट ऑर्बिट जिस दे विचों इलैक्ट्रॉन ने जंप किया है। जिस ऑर्बिट चो इलैक्ट्रॉन ने जंप किया है दैट इज़ उसकी एनर्जी नूं E2 बोलिया जाएगा। जिस ऑर्बिट दे विच इलैक्ट्रॉन जंप करके आया है उस एनर्जी नूं E1 कहा जाएगा। दोनों की एनर्जी का डिफरेंस ले लो, है ना। उन्नी एनर्जी रेडिएट होएगी इन द फॉर्म ऑफ EM waves। ये तीन पोस्टुलेट्स च बोहर्स ने अपना एटॉमिक मॉडल एक्सप्लेन किया सी बेटा। समझ आ गई तुहानूं? फर्स्ट पोस्टुलेट तो सारा रदरफोर्ड वाला सी। सैकेंड पोस्टुलेट च उन्हें स्टेशनरी ऑर्बिट्स का कंसैप्ट इंट्रोड्यूस किया भी जिहड़े ऑर्बिट्स हुंदे ने स्टेशनरी ऑर्बिट्स हुंदे ने। मतलब स्टेशनरी ऑर्बिट्स मतलब ये नॉन रेडिएटिंग ऑर्बिट्स हैं। इन्हां च इलैक्ट्रॉन जिन्नी मर्जी देर तक घूमता रहे एनर्जी रेडिएट नहीं करेगा। जब तक वो अपना ऑर्बिट नहीं छड्डदा उद तक वो एनर्जी रेडिएट नहीं करता। ये नॉन रेडिएटिंग ऑर्बिट्स हैं। तो इलैक्ट्रॉन का एंगुलर मोमेंटम इंटैग्रल मल्टीपल होएगा h/2π दे। अपने सैकेंड पोस्टुलेट च उन्हें दस्सिया सी। एंड थर्ड पोस्टुलेट च उन्हें दस्सिया सी भी इलैक्ट्रॉन एनर्जी कदों रेडिएट करेगा? वैन इलैक्ट्रॉन जंप्स फ्रॉम एनी हायर ऑर्बिट टू लोअर ऑर्बिट। जो इलैक्ट्रॉन किसी भी हायर ऑर्बिट तो लोअर ऑर्बिट च आएगा फिर वो एनर्जी रेडिएट करेगा इन द फॉर्म ऑफ EM waves। कितनी एनर्जी रेडिएट करेगा? जिस ऑर्बिट चो उन्हें जंप किया उसकी एनर्जी ले लो, जिस ऑर्बिट के विच उन्हें जंप किया उसकी एनर्जी ले लो, दोनों की एनर्जी का डिफरेंस ले लो, उन्नी एनर्जी वो इलैक्ट्रॉन रेडिएट करेगा। तो ये 3 पोस्टुलेट्स हैं बेटा, है ना। इन्हां 3 पोस्टुलेट्स नूं यूज़ करना है हुण आपां ने। 3 पोस्टुलेट्स नूं यूज़ करके आपां ने एटम बारे डिफरेंट चीज़ां फाइंड आउट करनियां ने। सब तो पहला रेडियस ऑफ ऑर्बिट्स का एक्सप्रैशन बनाना है।
ਰੇਡੀਅਸ ਆਫ ਔਰਬਿਟਸ, ਡਿਫਰੈਂਟ ਔਰਬਿਟਸ ਦਾ ਰੇਡੀਅਸ ਕਿਵੇਂ ਫਾਈਂਡ ਕੀਤਾ ਜਾਵੇ, ਉਹਦਾ ਐਕਸਪ੍ਰੈਸ਼ਨ ਬਣਾਉਣਾ ਹੈ। ਠੀਕ ਹੈ, ਇਹਨਾਂ ਤਿੰਨ ਪੋਸਟੂਲੇਟਸ ਨੂੰ ਯੂਜ਼ ਕਰਨਾ ਬੇਟਾ। ਫਸਟ ਪੋਸਟੂਲੇਟ ਆ ਸੀਗਾ, ਫਸਟ ਪੋਸਟੂਲੇਟ ਤੋਂ ਫਾਰਮੂਲਾ ਬਣਿਆ ਸੀ, ਇਹ ਫਾਰਮੂਲਾ ਸੈਕਿੰਡ ਪੋਸਟੂਲੇਟ ਤੋਂ ਬਣਿਆ ਬੇਟਾ ਆਹ ਵਾਲਾ, ਹੈ ਨਾ, ਐਂਡ ਇਹ ਥਰਡ ਪੋਸਟੂਲੇਟ ਤੋਂ। ਇਹਨਾਂ ਨੂੰ ਯੂਜ਼ ਕਰਕੇ ਆਪਾਂ ਨੇ ਰੇਡੀਅਸ ਆਫ ਔਰਬਿਟ ਦਾ ਫਾਰਮੂਲਾ ਬਣਾਉਣਾ ਹੈ। ਠੀਕ ਹੈ, ਤਾਂ ਆਪਾਂ ਕੀ ਕਰੋ, ਆਪਾਂ ਨੂੰ ਪਤਾ ਵੀ ਜਿਹੜਾ ਫਸਟ ਪੋਸਟੂਲੇਟ ਹੈ, ਫਸਟ ਪੋਸਟੂਲੇਟ ਦੇ ਅਕੋਰਡਿੰਗ mv² r is equal to kze² r ਸਕੇਅਰ ਦੇ ਇਕੁਅਲ ਹੈ। ਸੈਕਿੰਡ ਪੋਸਟੂਲੇਟ ਤੋਂ v ਦੀ ਵੈਲਿਊ ਕੱਢ ਲਓ, ਫਰੋਮ ਸੈਕਿੰਡ ਪੋਸਟੂਲੇਟ mvr is equal to nh/2π ਹੈ, ਇੱਥੋਂ v ਦੀ ਵੈਲਿਊ ਕੱਢ ਲਓ nh/2πrm, r ਤੇ m ਨੀਚੇ ਲੈ ਗਏ, ਹੈ ਨਾ। ਇਹ ਵੈਲਿਊ ਫਸਟ ਪੋਸਟੂਲੇਟ 'ਚ ਪੁੱਟ ਕਰ ਦਿਓ v ਦੀ ਜਗ੍ਹਾ, ਪੁੱਟ ਦਿਸ ਵੈਲਿਊ ਇਨ ਫਸਟ ਪੋਸਟੂਲੇਟ। ਉਹਨੂੰ ਸੋਲਵ ਕਰ ਲਓ, r ਆ ਜਾਏਗਾ। ਆਰ ਤੁਸੀਂ ਜਿਹੜੇ ਮਰਜ਼ੀ ਮੈਥਡ ਨਾਲ ਕੱਢ ਸਕਦੇ ਹੋ, ਬਟ ਮੈਂ ਤੁਹਾਨੂੰ ਇਹ ਸਭ ਤੋਂ ਸੌਖਾ ਮੈਥਡ ਦੱਸਿਆ ਵੀ ਸੈਕਿੰਡ ਪੋਸਟੂਲੇਟ ਤੋਂ v ਕੱਢੋ, ਉਹਨੂੰ ਫਸਟ ਪੋਸਟੂਲੇਟ 'ਚ ਪੁੱਟ ਕਰੋ, ਸੋਲਵ ਕਰੋ, r ਆ ਜਾਏਗਾ, ਹੈ ਨਾ। ਤਾਂ ਫਸਟ ਪੋਸਟੂਲੇਟ ਆਪਣੇ ਕੋਲ ਸੀਗਾ m/r, ਉਰੇ v ਸੀਗਾ, v ਦੀ ਵੈਲਿਊ ਪੁੱਟ ਕਰਾਂਗੇ, v ਦਾ ਸਕੇਅਰ kze²/r², ਹੈ ਨਾ। v ਦੀ ਵੈਲਿਊ ਕਿੰਨੀ ਹੈ ਬੇਟਾ, ਅਸੀਂ v ਦੀ ਵੈਲਿਊ nh/2πrm, nh/2πrm, ਇਹ ਵੈਲਿਊ v ਦੀ ਜਗ੍ਹਾ ਪੁੱਟ ਕਰ nh/2πrm। ਠੀਕ ਹੈ, ਪੈਨ ਖਤਮ ਹੋ ਗਿਆ, ਮੈਂ ਰਿਫਲ ਚੇਂਜ ਕਰ ਲਾਂ। ਯੈਸ ਬੇਟਾ, ਅਤੇ ਆਪਾਂ ਨੇ ਸੈਕਿੰਡ ਪੋਸਟੂਲੇਟ ਤੋਂ v ਦੀ ਵੈਲਿਊ ਫਾਈਂਡ ਕੀਤੀ ਸੀਗੀ, ਫਰੋਮ ਸੈਕਿੰਡ ਪੋਸਟੂਲੇਟ, ਉਹਨੂੰ ਆਪਾਂ ਨੇ ਫਸਟ ਪੋਸਟੂਲੇਟ 'ਚ v ਦੀ ਜਗ੍ਹਾ ਪੁੱਟ ਕਰਤਾ, ਹੈ ਨਾ। ਇਹਨੂੰ ਸੋਲਵ ਕਰਦੇ ਹਾਂ ਥੋੜ੍ਹਾ ਜਿਹਾ, m/r n² h²/4 π² r² m² kze²/r², m ਨਾਲ ਇੱਕ m ਕੱਟਿਆ ਜਾਏਗਾ, r² ਨਾਲ r² ਕੱਟਿਆ ਜਾਏਗਾ, ਆਹ ਵਾਲਾ r ਉੱਪਰ ਲੈ ਜਾਓ, kze² ਨੀਚੇ ਲਿਓ। ਠੀਕ ਹੈ, ਤਾਂ ਇਹ ਬਣ ਗਿਆ n² h² 4 π² m kze², है ना। देखो n² एज इट इज़, h² एज इट इज़, 4 एज इट इज़, π² एज इट इज़, ਇੱਕ m ਕੱਟਿਆ ਗਿਆ ਸੀਗਾ m ਨਾਲ, ਇੱਕ m एज इट इज़ ਆ ਗਿਆ, ਹੈ ਨਾ। ਆ kze² ਇੱਥੋਂ ਸਾਰਾ ਇਹ ਨੀਚੇ ਆ ਗਿਆ, r ਆਪਾਂ ਉੱਪਰ ਲੈ ਗਏ। ਦਿਸ ਇਜ਼ ਦਾ ਫਾਰਮੂਲਾ ਫੋਰ ਰੇਡੀਅਸ। ਫਾਰਮੂਲੇ ਵੱਡੇ ਬਣਨਗੇ, ਖਿਆਲ ਰੱਖਣਾ। n², ਵਟ ਇਜ਼ n, ਪ੍ਰਿੰਸੀਪਲ ਕੁਆਂਟਮ ਨੰਬਰ। ਪ੍ਰਿੰਸੀਪਲ ਕੁਆਂਟਮ ਨੰਬਰ ਤੁਸੀਂ ਕੈਮਿਸਟਰੀ 'ਚ ਪੜ੍ਹਿਆ ਹੋਇਆ ਕੀ ਹੁੰਦਾ, ਹੈ ਨਾ। ਫਸਟ ਔਰਬਿਟ ਦਾ n1 ਹੁੰਦਾ, ਸੈਕਿੰਡ ਔਰਬਿਟ ਦਾ n ਪ੍ਰਿੰਸੀਪਲ ਕੁਆਂਟਮ ਨੰਬਰ 2 ਹੁੰਦਾ, ਥਰਡ ਔਰਬਿਟ ਦਾ ਪ੍ਰਿੰਸੀਪਲ ਕੁਆਂਟਮ ਨੰਬਰ 3 ਹੁੰਦਾ। ਤਾਂ n ਇਜ਼ ਪ੍ਰਿੰਸੀਪਲ ਕੁਆਂਟਮ ਨੰਬਰ, h ਇਜ਼ ਪਲੈਂਕਸ ਕੌਂਸਟੈਂਟ, 4 ਕੌਂਸਟੈਂਟ, ਪਾਈ ਕੌਂਸਟੈਂਟ, m ਇਲੈਕਟ੍ਰੋਨ ਦਾ ਮਾਸ ਕੌਂਸਟੈਂਟ, k ਕੌਂਸਟੈਂਟ, z ਅਟੋਮਿਕ ਨੰਬਰ, ਡਿਫਰੈਂਟ ਐਟਮਸ ਦਾ ਅਟੋਮਿਕ ਨੰਬਰ ਡਿਫਰੈਂਟ ਹੁੰਦਾ, e ਚਾਰਜ ਔਨ ਇਲੈਕਟ੍ਰੋਨ। ਮਤਲਬ ਇਸ 'ਚੋਂ ਜੇ ਆਪਾਂ ਕੌਂਸਟੈਂਟ ਚੀਜ਼ਾਂ ਦੇਖੀਏ, h ਕੌਂਸਟੈਂਟ ਹੈ, 4 ਕੌਂਸਟੈਂਟ ਹੈ, ਪਾਈ ਕੌਂਸਟੈਂਟ ਹੈ, ਇਲੈਕਟ੍ਰੋਨ ਦਾ ਮਾਸ ਕੌਂਸਟੈਂਟ ਹੈ, k ਕੌਂਸਟੈਂਟ ਹੈ, e ਕੌਂਸਟੈਂਟ ਹੈ। ਸਿਰਫ ਆਹ ਦੋ ਚੀਜ਼ਾਂ ਵੇਰੀਏਬਲ ਹੈ, ਇੱਕ n ਇੱਕ z। ਇੱਕ ਐਟਮ ਦਾ z ਵੀ ਕੌਂਸਟੈਂਟ ਹੁੰਦਾ, ਡਿਫਰੈਂਟ ਪ੍ਰਿੰਸੀਪਲ ਕੁਆਂਟਮ ਨੰਬਰ ਹੋਣਗੇ, ਡਿਫਰੈਂਟ ਰੇਡੀਅਸ ਹੋਏਗਾ, ਹੈ ਨਾ। ਤਾਂ ਇਹ ਫਾਰਮੂਲਾ ਬੇਟਾ ਰੇਡੀਅਸ ਦਾ। ਅਗਰ ਇਹਨੂੰ ਫॉर ਹਾਈਡਰੋਜਨ ਐਟਮ ਦੇ ਫਸਟ ਔਰਬਿਟ ਵਾਸਤੇ ਸੋਲਵ ਕਰੀਏ, ਫॉर ਹਾਈਡਰੋਜਨ ਐਟਮ फर्स्ट ऑर्बिट, हाइड्रोजन एटम है तो हाइड्रोजन एटम का एटॉमिक नंबर 1, फर्स्ट ऑर्बिट है तो प्रिंसीपल क्वांटम नंबर 1, है ना। इत्थे पुट करिए ऑन पुटिंग या ऑन सॉल्विंग, ये जो रेडियस आएगा 0.529 10⁻⁻10 मीटर, जिन्होंने असी बोल सकते हैं 0.529 एंगस्ट्रॉम, इन्ना रेडियस आएगा बेटा। ठीक है, अच्छा चेक करो रेडियस दे फार्मूला n² नाल
एन स्केयर दे डायरेक्टली प्रोपोर्शनल है, एन स्केयर दे डायरेक्टली प्रोपोर्शनल मतलब फस्ट ऑर्बिट दा रेडियस दी रेशो, सैकेंड ऑर्बिट दे रेडियस दी रेशो, थर्ड ऑर्बिट दे रेडियस दी रेशो, फोर्थ ऑर्बिट दे रेडियस दी रेशो कितनी बनेगी। फस्ट वक्त एन दी वैल्यू 1 पुट करांगे, 1 द स्केयर 1, फिर सैकेंड वक्त एन दी वैल्यू 2 पुट करांगे, 2 द स्केयर 4, थर्ड ऑर्बिट वक्त एन दी वैल्यू 3 पुट करांगे, 3 द स्केयर 9, फोर्थ ऑर्बिट वक्त 4 पुट करांगे, 4 द स्केयर 16। मतलब सारे ਜਿਹੜੇ ऑर्बिट्स ਦੇ रेडियस हैं ऑल आर नॉट एट इक्वल डिस्टेंस, इक्वल डिस्टेंस ਤੇ नहीं हैगे बेटा, है ना। सारे ऑर्बिट्स इक्वल डिस्टेंस ਤੇ नहीं हैगे। फस्ट ऑर्बिट ਤੇ सैकेंड ऑर्बिट ਦੇ ਵਿੱਚ जो रेशो है वो सैकेंड ਤੇ थर्ड ऑर्बिट ਦੇ ਵਿੱਚ नहीं है, ਉਹੀ रेशो थर्ड एंड फोर्थ ऑर्बिट 'ਚ नहीं है। ਸਾਰਿਆਂ ਦੀ रेशो डिफरेंट डिफरेंट है। मतलब सारे ਜਿਹੜੇ ऑर्बिट्स ने न्यूक्लियस ਦੇ अराउंड इक्वल डिस्टेंस ਤੇ नहीं ਹੁੰਦੇ, अलग-अलग डिस्टेंस ਤੇ ਹੁੰਦੇ ਨੇ ਐਟ डिफरेंट डिफरेंट डिस्टेंसेस। मतलब जिमें दिस इज़ न्यूक्लियस है ना बेटा, इस दा फस्ट ऑर्बिट हो जाएगा। न्यूक्लियस तो जिन्ने डिस्टेंस ते फस्ट ऑर्बिट है ना, सैकेंड ऑर्बिट उन्ने डिस्टेंस ते नहीं होएगा बेटा, थर्ड ऑर्बिट होर घट डिस्टेंस ते होएगा, इक्वल डिस्टेंस ते नहीं होंगे बेटा। क्लीयर, सारे ऑर्बिट्स इक्वल डिस्टेंस ਤੇ नहीं ਹੁੰਦੇ ਨਿਊਕਲੀਅਸ ਤੋਂ। मतलब ਉਹਨਾਂ ਦੇ ਵਿੱਚ ਜਿੰਨਾ डिस्टेंस फस्ट एंड सैकेंड ऑर्बिट ਦੇ ਵਿੱਚ ਹੈ, फस्ट एंड सैकेंड ऑर्बिट ਦੇ ਵਿੱਚ ਜਿੰਨਾ डिस्टेंस है, सैकेंड एंड थर्ड ऑर्बिट 'ਚ डिस्टेंस ਉਹਨਾਂ नहीं होएगा। ਇਹ डिफरेंट होएगा, ਇਹ डिफरेंट होएगा। थर्ड एंड फोर्थ ऑर्बिट 'ਚ डिस्टेंस ਹੋਰ डिफरेंट होएगा, ਉਹ ਹੋਰ दूर होएगा। ठीक है, सारे ऑर्बिट्स ਦੇ ਵਿੱਚ इक्वल डिस्टेंस नहीं ਹੁੰਦਾ। मतलब ਆਹ ਵਾਲਾ डिस्टेंस बिटवीन डिफरेंट डिफरेंट ऑर्बिट्स ਇਹ सेम नहीं ਹੁੰਦਾ, डिफरेंट डिफरेंट ਹੁੰਦਾ। क्लीयर बेटा, तो ये सीगा टैक्नीक। टैक्नीक की है रेडियस ऑफ ऑर्बिट का एक्सप्रैशन ड्राइव करने की बेटा, रेडियस ऑफ ऑर्बिट का एक्सप्रैशन ड्राइव करने की टैक्नीक की है। सैकेंड पोस्टूलेट तो वी की वैल्यू कड्डो, उन्होंने फस्ट पोस्टूलेट पुट कर दो, है ना, कटिंग कुटिंग करके आर कढ़ लो, रेडियस का फार्मूला बन जाएगा, है ना। दैट इज़ द टैक्नीक। हुण आप फाइंड करना है वेलोसिटी, सैकेंड चीज़ वेलोसिटी of electrons in different orbits। अलग अलग ऑर्बिट्स इलैक्ट्रॉन कितनी स्पीड नाल मूव करते हैं। यही टेक्निक है बेटा भी फस्ट पोस्टूलेट तो आर कड्डो, फ्रॉम फस्ट पोस्टूलेट तो आर कड्डो। फस्ट पोस्टूलेट की सीगा एम वी स्केयर बाय आर के जेड ई स्केयर बाय आर स्केयर। एक आर नाल एक आर कैंसल हो जाएगा, एक आर बच गया, इनू उधर ले जाओ, एम वी स्केयर नीचे ले आओ, के जेड ई स्केयर बाय एम वी स्केयर। ठीक है, फिर सैकेंड पोस्टूलेट तो आर कड्डो, सैकेंड पोस्टूलेट किस एम वी आर इज इक्वल टू एन एच अपॉन 2 पाई, एम वी नीचे ले जाओ, आर की वैल्यू कट लो, एन एच अपॉन 2 पाई एम वी। ठीक है, फस्ट पोस्टूलेट तो आर काट लिया, सैकेंड पोस्टूलेट तो आर काट लिया, आर इक्वेट कर दो, इक्वेटिंग 1 एंड 2 इक्वेट करोगे बेटा तो एन एच अपॉन 2 पाई एम वी के जेड ई स्केयर अपॉन एम वी स्केयर, है ना। एम नाल एक एम कट्टिया जाएगा, वी नाल एक वी कट्टिया जाएगा, है ना, एक भी बच गया, इनू उधर ले जाओ, है ना, 2 पाई ऊपर चला जाएगा, 2 पाई के जेड ई स्केयर बाय एन एच नीचे आ जाएगा। ये फार्मूला बन गया बेटा वी का, 2 पाई के जेड ई स्केयर बाय एन एच। बहुत आसान टैक्नीक है, मैं थोड़ा आसान टैक्नीक्स दस रहा, ईजी वालियाँ। ठीक है, भी फस्ट पोस्टूलेट तो आर काट लो, फस्ट पोस्टूलेट की इक्वेशन बनाओ, उस तो आर काट लो, सैकेंड पोस्टूलेट तो आर काट लो, दोनों के आर इक्वेट कर दो, कटिंग कुटिंग करके आंसर आ जाएगा, वी आ जाएगा, है ना। फॉर हाइड्रोजन एटम सॉल्व करना है, हाइड्रोजन एटम फस्ट ऑर्बिट सॉल्व करना है, फस्ट ऑर्बिट इलैक्ट्रॉन की वेलोसिटी, हाइड्रोजन एटम का एटॉमिक नंबर कितना होंगे 1, फस्ट ऑर्बिट का प्रिंसीपल क्वांटम नंबर कितना 1, है ना, ऑन
ਸੋਲਵਿੰਗ ਫਸਟ ਇਹਦੀ ਸਾਰੀਆਂ ਵੈਲਿਊਜ਼ 2 ਦੀ ਵੈਲਿਊ, ਪਾਈ ਦੀ ਵੈਲਿਊ 3.14, ਕੇ ਦੀ ਵੈਲਿਊ 9 × 10⁹, ਜ਼ੈਡ ਦੀ ਵੈਲਿਊ 1, ਈ ਦੀ ਵੈਲਿਊ ਪੁੱਟ ਕਰੋ, ਐਨ ਦੀ ਵੈਲਿਊ 1, ਪਲੈਂਕਸ ਕੌਂਸਟੈਂਟ ਪੁੱਟ ਕਰੋ। ਪੁੱਟ ਕਰਕੇ ਸੋਲਵ ਕਰੋਗੇ ਇਹ ਆ ਜਾਏਗਾ 2.2 × 10⁶ ਮੀਟਰ ਪਰ ਸੈਕਿੰਡ। ਇੰਨੀ ਸਪੀਡ ਨਾਲ ਮੂਵ ਕਰਦੇ ਹੁੰਦੇ ਨੇ ਇਲੈਕਟ੍ਰੋਨ ਹਾਈਡਰੋਜਨ ਐਟਮ ਦੇ ਫਸਟ ਆਰਬਿਟ 'ਚ। ਆਪਾਂ ਇਹਨਾਂ ਫਾਰਮੂਲਿਆਂ ਤੋਂ ਆਪਾਂ ਕਿਸੇ ਵੀ ਐਟਮ ਦੇ ਕਿਸੇ ਵੀ ਔਰਬਿਟ ਦੀ ਵਿੱਚ ਇਲੈਕਟ੍ਰੋਨ ਦੀ ਕਿੰਨੀ ਸਪੀਡ ਹੈ ਫਾਈਂਡ ਕਰ ਸਕਦੇ ਹਾਂ। ਜਿਸ ਐਟਮ ਦਾ ਫਾਈਂਡ ਕਰਨਾ ਉਹਦਾ ਐਟੋਮਿਕ ਨੰਬਰ ਪੁੱਟ ਕਰੋ, ਜਿਸ ਔਰਬਿਟ ਦਾ ਫਾਈਂਡ ਕਰਨਾ ਉਹਦਾ ਪ੍ਰਿੰਸੀਪਲ ਕੁਆਂਟਮ ਨੰਬਰ ਪੁੱਟ ਕਰੋ। ਕਿਸੇ ਵੀ ਐਟਮ ਦੇ ਕਿਸੇ ਵੀ ਔਰਬਿਟ ਦੇ ਵਿੱਚ ਇਲੈਕਟ੍ਰੋਨ ਕਿੰਨੀ ਸਪੀਡ ਨਾਲ ਮੂਵ ਕਰ ਰਿਹਾ ਅਸੀਂ ਇਹ ਫਾਰਮੂਲਾ ਲਗਾ ਕੇ ਉਹਦੀ ਵੈਲੋਸਿਟੀ ਫਾਈਂਡ ਆਊਟ ਕਰ ਸਕਦੇ ਹਾਂ। ਦਿਸ ਇਜ਼ ਦਾ ਵੈਲੋਸਿਟੀ ਆਫ ਇਲੈਕਟ੍ਰੋਨ ਇਨ ਡਿਫਰੈਂਟ ਔਰਬਿਟਸ। ਤਾਂ ਆਪਾਂ ਬੇਟਾ ਹੁਣ ਤੱਕ ਬੋਹਰਸ ਦੇ 3 ਪੋਸਟੂਲੇਟਸ ਡਿਸਕਸ ਕੀਤੇ ਨੇ। ਫਸਟ ਪੋਸਟੂਲੇਟ ਹੈ ਨਾ, ਫਸਟ ਪੋਸਟੂਲੇਟ ਦੈਟ ਇਜ਼ ਸੈਕਿੰਡ ਪੋਸਟੂਲੇਟ ਸੀਗਾ, ਐਂਡ ਦਿਸ ਵਨ ਇਜ਼ ਥਰਡ ਪੋਸਟੂਲੇਟ। ਥਰਡ ਪੋਸਟੂਲੇਟ ਤੋਂ ਬਾਅਦ ਫਿਰ ਆਪਾਂ ਨੇ ਇੱਕ ਰੇਡੀਅਸ ਆਫ ਔਰਬਿਟ ਦਾ ਫਾਰਮੂਲਾ ਬਣਾਇਆ, ਫਿਰ ਇੱਕ ਵੈਲੋਸਿਟੀ ਆਫ ਇਲੈਕਟ੍ਰੋਨਸ ਇਨ ਡਿਫਰੈਂਟ ਔਰਬਿਟਸ, ਇਹ ਆਪਾਂ ਨੇ ਡਿਸਕਸ ਕੀਤਾ। ਇਸ ਤੋਂ ਅੱਗੇ ਆਪਾਂ ਹੁਣ ਫ੍ਰੀਕੁਐਂਸੀ ਫਾਈਂਡ ਆਊਟ ਕਰਦੇ ਹਾਂ ਵੀ ਜਿਹੜੇ ਇਲੈਕਟ੍ਰੋਨਸ ਰਿਵੋਲਵ ਕਰ ਰਹੇ ਹੁੰਦੇ ਨੇ ਡਿਫਰੈਂਟ ਔਰਬਿਟਸ 'ਚ ਉਹਨਾਂ ਦੀ ਫ੍ਰੀਕੁਐਂਸੀ ਕੀ ਹੁੰਦੀ ਹੈ ਨਾ, 1 ਸੈਕਿੰਡ 'ਚੋਂ ਕਿੰਨੀਆਂ ਰੈਵੋਲੂਸ਼ਨਸ ਕੰਪਲੀਟ ਕਰਦੇ ਨੇ ਹੈ ਨਾ। ਐਕਸਪ੍ਰੈਸ਼ਨ ਫॉर frequency of electrons। न्यू ਦਾ ਫਾਰਮੂਲਾ ਬਣਾਉਣਾ ਬੇਟਾ ਆਪਾਂ। न्यू ਦਾ ਫਾਰਮੂਲਾ ਬਣਾਉਣਾ ਬਿਲਕੁਲ ਈਜ਼ੀ ਹੈ। ਆਪਾਂ ਨੂੰ ਪਤਾ ਹੈ, ਆਪਾਂ ਨੇ +1 'ਚ ਪੜ੍ਹਿਆ V = ω/r ਹੁੰਦਾ ਸਰਕੂਲਰ ਮੋਸ਼ਨ ਵਾਲੇ ਚੈਪਟਰ 'ਚ। 3 ਰਿਲੇਸ਼ਨਸ ਕੀਤੇ ਸੀ ਆਪਾਂ ਨੇ, ਇੱਕ S = θ, ਇੱਕ V = ω, ਇੱਕ A = α ਹੈ ਯਾਰ। ਉੱਥੋਂ ਪਿਕ ਕਰ ਲਓ V = ω/r। ਓਮੇਗਾ ਦਾ ਫਾਰਮੂਲਾ ਹੁੰਦਾ ਬੇਟਾ 2πν ਹੈ ਨਾ। ਇਸ ਤੋਂ 2πr ਦੂਸਰੀ ਸਾਈਡ ਲੈ ਜਾਓ, V/2πr। V ਦੀ ਵੈਲਿਊ ਪੁੱਟ ਕਰ ਦਿਓ ਬੇਟਾ, V ਦੀ ਵੈਲਿਊ ਜੋ ਆਪਾਂ ਨੇ ਫਾਈਂਡ ਕੀਤੀ ਹੈ ਨਾ ਫਾਈਂਡ V ਦੀ ਵੈਲਿਊ। ਕੀ ਫਾਈਂਡ ਕੀਤੀ ਹੈ V ਦੀ ਵੈਲਿਊ? ਆ ਸੀਗੀ ਬੇਟਾ 2πkZe²/nh, ਉਹ ਪੁੱਟ ਕਰ ਦਿਓ 2πkZe²/nh। 2π ਨਾਲ 2π ਕੈਂਸਲ, ਫ੍ਰੀਕੁਐਂਸੀ ਦਾ ਫਾਰਮੂਲਾ ਬਣ ਜਾਏਗਾ kZe²/nh/r। ਦਿਸ ਇਜ਼ ਦਾ ਫਾਰਮੂਲਾ ਫॉर ਫ੍ਰੀਕੁਐਂਸੀ। ਠੀਕ ਹੈ ਬੇਟਾ। ਤਾਂ ਇਹ ਜਿਹੜਾ ਫਾਰਮੂਲਾ ਬਣ ਗਿਆ ਇਸ ਦੀ ਹੈਲਪ ਨਾਲ ਅਸੀਂ ਫ੍ਰੀਕੁਐਂਸੀ ਫਾਈਂਡ ਆਊਟ ਕਰ ਸਕਦੇ ਹਾਂ। ਮੰਨ ਲਓ ਆਪਾਂ ਨੇ ਹਾਈਡਰੋਜਨ ਐਟਮ ਦੀ ਫਾਈਂਡ ਆਊਟ ਕਰਨੀ ਹੈ, ਫਸਟ ਔਰਬਿਟ ਦੀ ਫਾਈਂਡ ਕਰਨੀ। ਫਸਟ ਔਰਬਿਟ ਦੀ ਹਾਈਡਰੋਜਨ ਐਟਮ ਹੈ ਤਾਂ ਐਟੋਮਿਕ ਨੰਬਰ 1, ਪ੍ਰਿੰਸੀਪਲ ਕੁਆਂਟਮ ਨੰਬਰ 1, ਐਂਡ ਫਸਟ ਔਰਬਿਟ ਦਾ ਰੇਡੀਅਸ ਅਸੀਂ ਫਾਈਂਡ ਕੀਤਾ ਸੀ 0.529 ਐਂਗਸਟ੍ਰੋਮ ਕੀਤਾ ਸੀ ਨਾ ਫਾਈਂਡ ਆਊਟ। ਇਹ ਵਾਲੀਆਂ ਵੈਲਿਊਜ਼ Z ਦੀ ਵੈਲਿਊ, N ਦੀ ਵੈਲਿਊ, R ਦੀ ਵੈਲਿਊ ਪੁੱਟ ਕਰਕੇ ਅਗਰ ਅਸੀਂ ਫ੍ਰੀਕੁਐਂਸੀ ਫਾਈਂਡ ਕਰਾਂਗੇ ਇਟ ਕਮਜ਼ ਆਊਟ ਟੂ ਬੀ 0.57 10⁻17 rps। ਦੇਖੋ ਬੇਟਾ ਕਿੰਨੀ ਹਾਈ ਫ੍ਰੀਕੁਐਂਸੀ ਆਈ ਹੈ। 1 ਸੈਕਿੰਡ 'ਚ 10⁻17 ਰੈਵੋਲੂਸ਼ਨਸ ਪੂਰੀਆਂ ਕਰ ਲੈਂਦਾ ਇਲੈਕਟ੍ਰੋਨ। 10⁻17 ਰੈਵੋਲੂਸ਼ਨਸ, ਤਾਂ ਹੀ ਤਾਂ ਉਹ ਲੱਭਦਾ ਨਹੀਂ ਹੈਗਾ, ਇੰਨੀ ਤਾਂ ਉਹ ਫਾਸਟ ਘੁੰਮ ਰਿਹਾ ਹੁੰਦਾ। ਤਾਂ ਹੀ ਤਾਂ ਉਹ ਪ੍ਰਿੰਸੀਪਲ ਬਣਿਆ ਹਾਈਜ਼ਨਬਰਗਸ ਅਨਸਰਟਨਿਟੀ ਪ੍ਰਿੰਸੀਪਲ। ਪੜ੍ਹਿਆ ਹੋਏਗਾ ਕੈਮਿਸਟਰੀ 'ਚ ਬੇਟਾ ਤੁਸੀਂ ਹਾਈਜ਼ਨਬਰਗਸ ਅਨਸਰਟਨਿਟੀ ਪ੍ਰਿੰਸੀਪਲ, ਵੀ ਅਸੀਂ ਇਲੈਕਟ੍ਰੋਨ ਦੀ ਪੋਜੀਸ਼ਨ ਫਾਈਂਡ ਨਹੀਂ ਕਰ ਸਕਦੇ। ਕਿਉਂ ਨਹੀਂ ਫਾਈਂਡ ਕਰ ਸਕਦੇ? ਕਿਉਂਕਿ ਉਹ ਇੰਨੀ ਫਾਸਟ ਤਾਂ ਘੁੰਮ ਰਿਹਾ, ਕਿੱਥੋਂ ਲੱਭੇਗਾ ਉਹ? ਤਾਂ ਬਹੁਤ ਹਾਈ ਫ੍ਰੀਕੁਐਂਸੀ ਨਾਲ ਉਹ ਘੁੰਮ ਰਿਹਾ ਬੇਟਾ। ਤਾਂ ਇਹ ਫਾਰਮੂਲੇ ਨਾਲ ਅਸੀਂ ਫ੍ਰੀਕੁਐਂਸੀ ਫਾਈਂਡ ਆਊਟ ਕਰ ਸਕਦੇ। ਇਸ ਤੋਂ ਅੱਗੇ ਆਪਾਂ ਇਲੈਕਟ੍ਰੋਨਸ ਦੀ ਕਾਈਨੈਟਿਕ ਐਨਰਜੀ, ਪੋਟੈਂਸ਼ੀਅਲ ਐਨਰਜੀ, ਟੋਟਲ ਐਨਰਜੀ ਦਾ ਫਾਰਮੂਲਾ ਬਣਾ ਸਕਦੇ ਹਾਂ। ਠੀਕ ਹੈ, ਕਾਈਨੈਟਿਕ ਐਨਰਜੀ, ਪੋਟੈਂਸ਼ੀਅਲ ਐਨਰਜੀ ਐਂਡ ਟੋਟਲ ਐਨਰਜੀ ਆਫ ਇਲੈਕਟ੍ਰੋਨਸ, ਇਹਨਾਂ ਦੇ ਫਾਰਮੂਲੇ ਬਣਾ ਰਹੇ। ਠੀਕ ਹੈ, ਫਰੋਮ ਫਸਟ ਪੋਸਟੂਲੇਟ ਬੇਟਾ mv²/r = kZe²/r² ਸੀਗਾ। r ਨਾਲ ਇੱਕ r ਕੈਂਸਲ ਹੈ ਨਾ, ਇਹ ਕਿੰਨਾ ਬਚ ਗਿਆ mv² kZe²/r ਹੈ ਨਾ ਬੇਟਾ, ਹੈ ਨਾ। ਕਾਈਨੈਟਿਕ ਐਨਰਜੀ ਦੇ ਫਾਰਮੂਲੇ 'ਚ ਹਾਫ ਹੁੰਦਾ,
ਦੋਨਾਂ ਪਾਸੇ ਹਾਫ ਨਾਲ ਮਲਟੀਪਲਾਈ ਕਰ ਦਿਓ, ਹੈ ਨਾ। ਦੋਨਾਂ ਪਾਸੇ ਇੱਧਰਲੀ ਸਾਈਡ ਵੀ ਹਾਫ ਨਾਲ ਮਲਟੀਪਲਾਈ ਕਰ ਦਿਓ, ਇੱਧਰਲੀ ਸਾਈਡ ਵੀ ਹਾਫ ਨਾਲ ਮਲਟੀਪਲਾਈ, ਤਾਂ ਦਿਸ ਬਿਕਮਸ ਕਾਈਨੈਟਿਕ ਐਨਰਜੀ, ਹੈ ਨਾ। ਤਾਂ ਇਲੈਕਟ੍ਰੋਨਸ ਦੀ ਕਾਈਨੈਟਿਕ ਐਨਰਜੀ ਦਾ ਫਾਰਮੂਲਾ ਬਣ ਗਿਆ ਬੇਟਾ ਕੇ ਜ਼ੈਡ E square by 2r. This becomes the kinetic energy of electron. Potential energy ਦਾ ਫਾਰਮੂਲਾ ਬਣਾਉਂਦੇ ਹਾਂ। Potential energy of electron. Potential energy ਦਾ ਫਾਰਮੂਲਾ ਸੀਗਾ ਬੇਟਾ K Q1 Q2 by R, ਹੈ ਨਾ। K ਹੋ ਗਿਆ ਕੌਂਸਟੈਂਟ, Q1 ਹੋ ਗਿਆ ਚਾਰਜ ਔਨ ਨਿਊਕਲੀਅਸ, ਨਿਊਕਲੀਅਸ 'ਤੇ ਚਾਰਜ ਹੁੰਦਾ ਪਲੱਸ ZE, Q2 ਹੋ ਗਿਆ ਚਾਰਜ ਔਨ ਇਲੈਕਟ੍ਰੋਨ, ਇਲੈਕਟ੍ਰੋਨ 'ਤੇ ਚਾਰਜ ਹੁੰਦਾ ਹੈ ਨਾ। ਆਹੀ ਚੀਜ਼ ਬਣੇਗੀ ਨਾ ਬੇਟਾ, ਦਿਸ ਇਜ਼ ਨਿਊਕਲੀਅਸ ਕੈਰਿੰਗ ਪਲੱਸ ZE ਚਾਰਜ। ਆ ਹੋ ਗਿਆ ਔਰਬਿਟ, डिस्टेंस हो गया बेटा R, तो ये हो गया इलैक्ट्रॉन। इलैक्ट्रॉन कैरीज नैगेटिव चार्ज। पोटेंशियल एनर्जी कैलकुलेट करते हुए चार्ज का साइन नाल पिक हुंदा हुंदा है। फोर्स कैलकुलेट करते हुए या ई कैलकुलेट करते हुए, F या ई कैलकुलेट करते हुए असी चार्ज का साइन पिक नहीं करते, बट पोटेंशियल एनर्जी या पोटेंशियल कैलकुलेट करते हुए या पोटेंशियल एनर्जी कैलकुलेट करते हुए असी चार्ज का साइन नाल पिक करते होंगे। तो बेटा चार्ज इलैक्ट्रॉन है, इलैक्ट्रॉन तो नैगेटिव चार्ज होंगे, इत्थे माइनस ई पिक होएगा। डिस्टेंस हो गया R। कितनी बनी पोटेंशियल एनर्जी? माइनस के जेड ई स्क्वायर बाय R। दिस इज़ पोटेंशियल एनर्जी। ठीक है, जी टोटल एनर्जी होंगी है, टोटल एनर्जी दैट इज़ इक्वल टू सम ऑफ काइनैटिक एनर्जी एंड पोटेंशियल एनर्जी। काइनैटिक एनर्जी अपने को है के जेड ई स्क्वायर बाय 2R। पोटेंशियल एनर्जी है माइनस के जेड ई स्क्वायर बाय R। दोनों चो के जेड ई स्क्वायर बाय R कॉमन, ये बचा 1/2 प्लस माइनस माइनस 1, है ना। सॉल्व करके के जेड ई स्क्वायर बाय R माइनस 1/2, तो अपने को टोटल एनर्जी का फार्मूला बनया माइनस के जेड ई स्क्वायर बाय 2R। काइनैटिक एनर्जी का किवें फाइंड आउट किया सी समझ आ गया। फस्ट पोस्टुलेट तो MV स्क्वायर आया, दोनों पासे हाफ नाल मल्टीप्लाई करके काइनैटिक एनर्जी का बन गया। पोटेंशियल एनर्जी का फार्मूला लगा के पोटेंशियल एनर्जी फाइंड आउट कर ली, दोनों का सम करके टोटल एनर्जी फाइंड आउट कर ली। इस चीज़ आप रेडियस का एक्सप्रैशन पुट करिए, रेडियस का फार्मूला सीगा N स्क्वायर H स्क्वायर अपॉन 4 पाई स्क्वायर M के जेड ई स्क्वायर। ये फार्मूला सी रेडियस का, रेडियस ऑफ ऑर्बिट का फाइंड किया हुआ तुसीं। आ देखो हाँ सीगा N स्क्वायर H स्क्वायर 4 पाई स्क्वायर M के जेड ई स्क्वायर। ये वैल्यू जी असीं पुट करिए उत्थे, उरे पुट करियो बेटा, उरे टोटल एनर्जी का फार्मूला माइनस के जेड ई स्क्वायर 2 इंटू N स्क्वायर H स्क्वायर अपॉन 4 पाई स्क्वायर M के जेड ई स्क्वायर, है ना। 2 नाल 4 कट के 2, सारी टर्म ऊपर चली जाएगी, तो टोटल एनर्जी का फार्मूला बन जाएगा माइनस 2 पाई स्क्वायर M, सारी टर्म ऊपर चलेगी। के इंटू के स्क्वायर, जेड इंटू जेड स्क्वायर, ई स्क्वायर इंटू ई स्क्वायर ई दी पावर 4, के स्क्वायर जेड स्क्वायर ई दी पावर 4 बाय N स्क्वायर H स्क्वायर। ये टोटल एनर्जी का फार्मूला बन गया। काफ़ी लेंथी फार्मूला है ना, काफ़ी लेंथ है बेटा, बट बहुत सारी चीज़ें इस कॉन्स्टेंट ने, है ना। 2 कॉन्स्टेंट है, पाई कॉन्स्टेंट है, इलैक्ट्रॉन का मास कॉन्स्टेंट है, के कॉन्स्टेंट है, इलैक्ट्रॉन का चार्ज ई कॉन्स्टेंट है, H कॉन्स्टेंट है। सिर्फ आही 2 चीज़ा वेरीएबल है। Z इज़ एटॉमिक नंबर, N इज़ प्रिंसिपल क्वांटम नंबर। Z डिसाइड होएगा एटम के अकॉर्डिंग, है ना, एटम किस चीज़ का। N डिसाइड होएगा किहड़े ऑर्बिट का करना है। किसी मर्जी एटम के किसी मर्जी ऑर्बिट दे विच इलैक्ट्रॉन की टोटल एनर्जी फाइंड आउट कर सकते हैं। अच्छा, जिन्नी एनर्जी इलैक्ट्रॉन की होएगी, है ना, उन्नी एनर्जी वो ऑर्बिट की होएगी। मीनस फॉर एग्जाम्पल जिवें सपोज करो दिस इज़ न्यूक्लियस, है ना, ये फस्ट ऑर्बिट, ये सैकेंड ऑर्बिट, है ना। तो जिन्नी एनर्जी फस्ट ऑर्बिट की होएगी एंड इलैक्ट्रॉन की, ये दोनों की एनर्जी सेम होएगी बेटा। एंड जिहड़ा ऑर्बिट सैकेंड इलैक्ट्रॉन च है, ਇਹਦੀ एनर्जी सैकेंड ऑर्बिट की एनर्जी नाल सेम होएगी। मतलब तुसीं ये जिहड़े फार्मूले किते ने, ये फार्मूले की हैल्प नाल तुसीं इलैक्ट्रॉन की भी एनर्जी फाइंड कर सकते हो, ऑर्बिट की भी फाइंड कर सकते हो। ऑर्बिट की एनर्जी एंड इलैक्ट्रॉन की एनर्जी सेम होंदी है। इस चीज़ का ख्याल रखियो, किते कहो सानूं तां इलैक्ट्रॉन की एनर्जी फाइंड करनी आती है, ऑर्बिट की एनर्जी तो फाइंड करनी नहीं आती,
है ना, ਉਹ ਇਲੈਕਟ੍ਰੋਨ ਬੇਟਾ ਜਿਸ ਔਰਬਿਟ ਦੇ ਵਿੱਚ ਹੈ ਜਿੰਨੀ એનર્ਜੀ ਇਲੈਕਟ੍ਰੋਨ ਦੀ ਹੋਏਗੀ ਓਨੀ ਹੀ એનર્ਜੀ ਉਹਦੇ ਔਰਬਿਟ ਦੀ ਹੋਏਗੀ। ਮਤਲਬ ਇਹ ਜਿਹੜੇ ਫਾਰਮੂਲੇ ਆਪਾਂ ਨੇ ਕੀਤੇ ਨੇ ਕਾਈਨੈਟਿਕ એનર્ਜੀ ਦਾ, ਪੋਟੈਂਸ਼ੀਅਲ એનર્ਜੀ ਦਾ, ਟੋਟਲ એનર્ਜੀ ਦਾ, ਇਹਨਾਂ ਫਾਰਮੂਲਿਆਂ ਨਾਲ ਅਸੀਂ ਇਕੱਲੇ ਇਲੈਕਟ੍ਰੋਨ ਦੀ ਹੀ ਨਹੀਂ ਅਸੀਂ ਉਹਨਾਂ ਦੇ ਔਰਬਿਟ ਦੀ ਵੀ એનર્ਜੀ ਫਾਈਂਡ ਆਊਟ ਕਰ ਸਕਦੇ ਹਾਂ ਇਹੀ ਫਾਰਮੂਲੇ ਲਗਾ ਕੇ। ਠੀਕ ਹੈ। ਐਂਡ ਕਿਉਂਕਿ ਬੇਟਾ ਇਹ ਫਾਰਮੂਲਾ ਬਹੁਤ ਲੈਂਥੀ ਹੈ, ਇਸ 'ਚ ਜੇ ਆਪਾਂ है ना ਲੈਂਥੀ ਹੈ ਨਾ, ਬਹੁਤ ਸੌਖਾ ਕਰਕੇ ਜੇ ਲਿਖਣਾ ਹੈ ਤਾਂ ਸਾਰੇ ਕੌਨਸਟੈਂਟਸ ਦੀਆਂ ਵੈਲਿਊਜ਼ ਪੁੱਟ ਕਰ ਦਿਓ Z ਅਤੇ N ਨੂੰ ਛੱਡ ਕੇ। Z ਨੂੰ ਛੱਡ ਦਿਓ ਕਿਉਂਕਿ ਇਹ ਡਿਫਰੈਂਟ ਐਟਮਸ ਦਾ ਡਿਫਰੈਂਟ ਹੁੰਦਾ। N ਨੂੰ ਛੱਡ ਦਿਓ ਕਿਉਂਕਿ ਡਿਫਰੈਂਟ ਔਰਬਿਟਸ ਦਾ ਡਿਫਰੈਂਟ ਹੁੰਦਾ। ਬਾਕੀ ਸਾਰੀਆਂ ਚੀਜ਼ਾਂ ਕੌਨਸਟੈਂਟ ਨੇ ਨਾ, ਉਹ ਸਾਰੀਆਂ ਚੀਜ਼ਾਂ ਕੌਨਸਟੈਂਟਸ ਦੀ ਵੈਲਿਊ ਪੁੱਟ ਕਰਕੇ ਤੁਹਾਡੇ ਕੋਲ ਜਿਹੜਾ ਐਕਸਪ੍ਰੈਸ਼ਨ ਸੋਲਵ ਕਰਕੇ ਬਣੇਗਾ -13.6 Z²/N²। ਇਹ ਆਂਸਰ E ਵਿੱਚ ਆਏਗਾ। ਇੱਥੋਂ ਆਂਸਰ ਆਏਗਾ ਜਾਊਲਸ 'ਚ, है ना। ਸਾਰੀਆਂ ਕੌਨਸਟੈਂਟਸ ਪੁੱਟ ਕਰਕੇ ਆਂਸਰ ਕਿਸ 'ਚ ਆਏਗਾ ਜਾਊਲਸ 'ਚ। ਉਸ ਜਾਊਲ ਨੂੰ ਆਪਾਂ ਨੇ 1.6 10⁻⁻19 ਨਾਲ ਡਿਵਾਈਡ ਕਰਕੇ ਕਿਸ 'ਚ ਕਨਵਰਟ ਕਰਤਾ ਈ ਵਿੱਚ। ਤਾਂ ਜਿਹੜਾ ਇਹ ਫਾਰਮੂਲਾ એનર્ਜੀ ਦਾ ਬੇਟਾ ਬਹੁਤ ਸੌਖਾ ਫਾਰਮੂਲਾ, ਯਾਦ ਰੱਖਣਾ ਵੀ ਆਸਾਨ ਹੈ। -13.6 ਮੈਂ ਇੱਧਰ ਲਿਖ ਦਿੰਦਾ, ਦੇਖੋ ਟੋਟਲ એનર્ਜੀ ਦਾ ਫਾਰਮੂਲਾ -13.6 Z²/N²। ਬਟ ਇੱਥੋਂ ਜਿਹੜਾ ਆਂਸਰ ਆਏਗਾ ਉਹ ਈ ਵਿੱਚ ਆਏਗਾ ਬੇਟਾ, ਬੀ ਕੇਅਰਫੁਲ ਨਾ। ਇਸ ਫਾਰਮੂਲੇ ਨੂੰ 1.6 10⁻⁻19 ਨਾਲ ਡਿਵਾਈਡ ਕਰਕੇ, ਹੈ ਨਾ, ਡਿਵਾਈਡ ਕਰਕੇ ਫਿਰ ਇਹਨੂੰ ਈ ਵਿੱਚ ਕਨਵਰਟ ਕਰਤਾ, ਜਾਊਲਸ ਤੋਂ ਈ ਵਿੱਚ। ਸਮਝ ਆ ਗਿਆ। ਮਤਲਬ ਇਹ ਫਾਰਮੂਲਾ ਲਗਾਓਗੇ ਨੂਮੈਰੀਕਲਸ ਤਾਂ ਤੁਹਾਡਾ ਆਂਸਰ ਜਾਊਲਸ 'ਚ ਆਏਗਾ, ਲੇਕਿਨ ਜੇ ਤੁਸੀਂ ਆਹ ਫਾਰਮੂਲਾ ਲਗਾਓਗੇ ਤਾਂ ਤੁਹਾਡਾ ਆਂਸਰ ਈ ਵਿੱਚ ਆਏਗਾ। ਠੀਕ ਹੈ। ਇਹਨਾਂ ਸਾਰੇ ਫਾਰਮੂਲਿਆਂ ਤੋਂ ਆ ਦੇਖੋ, ਆ ਵੀ એનર્ਜੀ ਦਾ ਫਾਰਮੂਲਾ ਜਾਊਲਸ ਜਾਊਲਸ ਜਾਊਲਸ। ਇਹਨਾਂ ਸਾਰੇ ਫਾਰਮੂਲਿਆਂ ਤੋਂ એનર્ਜੀ ਜਾਊਲਸ 'ਚ ਆਏਗੀ, ਜਾਊਲਸ। ਬਟ ਜਿਹੜਾ ਇਹ ਫਾਰਮੂਲਾ ਬਣਾਇਆ ਆਪਾਂ ਨੇ, ਇਸ ਫਾਰਮੂਲੇ ਤੋਂ ਜਿਹੜੀ એનર્ਜੀ ਆਏਗੀ ਬੇਟਾ ਉਹ ਕਿਸ 'ਚ ਆਏਗੀ, ਈ ਵਿੱਚ ਆਏਗੀ। ਠੀਕ ਹੈ। ਤਾਂ ਇਹ ਸਾਰੇ ਫਾਰਮੂਲੇ એનર્ਜੀ ਦੇ ਨੇ ਬੇਟਾ। ਦੇਖੋ ਇਸ ਫਾਰਮੂਲੇ ਨਾਲ ਤੁਸੀਂ ਕਾਈਨੈਟਿਕ એનર્ਜੀ ਫਾਈਂਡ ਕਰ ਸਕਦੇ ਹੋ ਇਲੈਕਟ੍ਰੋਨ ਦੀ, ਇਸ ਦੇ ਨਾਲ ਪੋਟੈਂਸ਼ੀਅਲ એનર્ਜੀ, ਐਂਡ ਆਹ ਵਾਲੇ ਫਾਰਮੂਲੇ ਨਾਲ, ਆਹ ਜਿਹੜਾ ਫਾਰਮੂਲਾ ਇਸ ਦੇ ਨਾਲ ਟੋਟਲ એનર્ਜੀ। ਈਜ਼ੀ ਹੈ ਨਾ, ਛੋਟੇ ਜਿਹੇ ਫਾਰਮੂਲੇ ਯਾਦ ਰੱਖਣੇ। ਆਹ ਵਾਲਾ ਫਾਰਮੂਲਾ ਲੈਂਥੀ ਹੈ, ਇਸ ਦੀ ਜਗ੍ਹਾ ਤੁਸੀਂ ਆਹ ਫਾਰਮੂਲਾ ਯਾਦ ਰੱਖ ਸਕਦੇ ਹੋ। ਵੈਸੇ ਯਾਦ ਇਹ ਵੀ ਰੱਖਣਾ -2π²m K² Z² e⁴/N²H²। ਠੀਕ ਹੈ। ਸ਼ੋਰਟ 'ਚ ਯਾਦ ਰੱਖਣਾ ਤਾਂ ਆ ਯਾਦ ਰੱਖ ਲਓ -13.6 Z²/N² E। ਕਲੀਅਰ ਬੇਟਾ। ਠੀਕ ਹੈ। ਤਾਂ ਹੁਣ ਤੱਕ ਆਪਾਂ ਹੈ ਨਾ ਤਿੰਨੇ ਪੋਸਟੂਲੇਟਸ ਡਿਸਕਸ ਕਰ ਚੁੱਕੇ ਹਾਂ। ਡਿਫਰੈਂਟ ਐਟਮ ਦੇ ਡਿਫਰੈਂਟ ਔਰਬਿਟ ਦਾ ਰੇਡੀਅਸ ਫਾਈਂਡ ਕਰ ਚੁੱਕੇ ਹਾਂ, ਵੈਲੋਸਿਟੀ ਫਾਈਂਡ ਕਰ ਚੁੱਕੇ ਹਾਂ ਇਲੈਕਟ੍ਰੋਨ ਦੀ, फ्रिक्वेंसी फाइंड कर चुके हैं, काइनेटिक एनर्जी, पोटेंशियल एनर्जी, टोटल एनर्जी फाइंड कर चुके हैं। क्लियर। होप यू अंडरस्टैंड वेरी वेल। थैंक यू वेरी मच।